ਤੇ ਗੁਰੂ ਸਾਹਿਬ ਜੀ ਨੇ ਕਿਹਾ जुर्माने के तौर पर गुरु साहब ने कहा कि संगत की अमानत है, इनू किसी राजे के हवाले नहीं किया जा सकता। असीं हर तरह के नाल सब कुछ झल्लण वास्ते तैयार हाँ। लाहौर लिजाया गया, उत्थे चंदू भी मौजूद है ते सारा जुल्मो सितम ढाउण दे विच जिहड़ा वो रोल अदा करदा है। तो गुरु साहब जी नूं उत्थे रख के हर तरह का तशद्दद उन्हां दे तन ते ढाया गया। ਜਦੋਂ ਅਸੀਂ ਕਾਨੂੰਨ ਦੇ ਪਿਛੋਕੜ ਵੱਲ ਵੇਖਦੇ ਹਾਂ ਤੇ ਮਗੋਲਾਂ ਦਾ ਤਿਆਰ ਕੀਤਾ ਹੋਇਆ ਜਿਹੜਾ ਚੰਗੇਜ਼ ਖਾਨ ਦੇ ਵੇਲੇ ਦਾ ਕਾਨੂੰਨ ਸੀ, ਜਿਹਨੂੰ ਜਾਸਾ ਕਾਨੂੰਨ ਕਿਹਾ ਜਾਂਦਾ ਸੀ, ਜਾਸਾ ਇਹ ਮਗੋਲ ਵੀ ਆਖਿਆ ਜਾਂਦਾ, ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੈ ਤੇ ਉਹਦੇ ਖੂਨ ਦਾ ਕਤਰਾ ਧਰਤੀ ਤੇ ਨਾ ਡਿੱਗੇ। ਤੇ ਇਦਾਂ ਦੀ ਸਜ਼ਾ ਦਿੱਤੀ ਜਾਂਦੀ ਸੀ ਕਿ ਮੌਤ ਵੀ ਭਿਆਨਕ ਤਰੀਕੇ ਨਾਲ ਹੋਵੇ ਤੇ ਖੂਨ ਵੀ ਨਾ ਡੁੱਲੇ। ਸੋ ਗੁਰੂ ਸਾਹਿਬ ਜੀ ਉੱਤੇ ਜਾਸਾ ਲਾਇਆ ਗਿਆ, ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਉਣਾ, ਅੱਗ ਵਰਗੀ ਰੇਤ ਸੀਸ ਵਿੱਚ ਪਾਉਣੀ, ਭੁੱਖਿਆਂ ਰੱਖਣਾ, ਨੀਂਦਰੇ ਰੱਖਣਾ, ਜਿਸਮ ਲੂਹਿਆ ਗਿਆ, ਛਲਣੀ ਛਲਣੀ ਹੋਇਆ ਸਰੀਰ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਆ ਕਿ ਰੇਤਾ ਤਪਿਆ ਹੋਇਆ ਸੀ, ਲੋਹ ਤਪੀ ਹੋਈ ਸੀ, ਚੰਦੂ ਤਪਿਆ ਹੋਇਆ ਸੀ, ਮੁਰਤਜ਼ਾ ਖਾਨ ਤਪਿਆ ਹੋਇਆ ਸੀ, ਜਹਾਂਗੀਰ ਤਪਿਆ ਹੋਇਆ ਸੀ, ਲਾਹੌਰ ਦੀਆਂ ਕੰਧਾਂ ਤਪੀਆਂ ਹੋਈਆਂ ਸੀ, ਮੌਸਮ ਨਾਲ ਵਾਤਾਵਰਨ ਨਾਲ ਸਭ ਕੁਝ ਤਪਿਆ ਸੀ। ਪਰ ਜੇ ਕੋਈ ਸੀਤਲ ਸ਼ਾਂਤ ਸੀ ਤੇ ਉਹ ਤਵੀ ਤੇ ਬੈਠੇ। ਧੰਨ ਗੁਰੂ ਅਰਜਨ ਸਾਹਿਬ ਜੀ ਸੀਤਲ ਜਿਹੜੇ ਕਹਿ ਰਹੇ ਸੀ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਸਾਹਿਬ ਜੀ ਨੂੰ ਛਲਣੀ ਹੋਏ ਜਿਸਮ ਤੋਂ ਬਾਅਦ ਫਿਰ ਰਾਵੀ ਦਰਿਆ ਦੇ ਵਿੱਚ, ਇਹ ਵੀ ਇੱਕ ਤਸ਼ੱਦਦ ਦਾ ਹਿੱਸਾ ਸੀ ਕਿ ਮਹਾਰਾਜ ਜੀ ਨੂੰ ਉੱਥੇ ਡੁਬੋ ਕੇ ਸ਼ਹੀਦ ਕੀਤਾ ਗਿਆ। ਤਾਂ ਕਿ ਦੂਸਰੀ ਵੱਡੀ ਗੱਲ ਇਹ ਸੀ ਕਿ ਲੋਕ ਮਨਾਂ 'ਚ ਇੱਕ ਦਹਿਸ਼ਤ ਪੈਦਾ ਹੋਵੇ। ਸਿੱਖਾਂ ਦੇ ਅੱਖਾਂ 'ਚ ਸਹਿਮ ਵੇਖਣਾ ਚਾਹੁੰਦਾ ਸੀ ਵਕਤ ਦਾ ਬਾਦਸ਼ਾਹ। ਅਸਲ 'ਚ ਜਦੋਂ ਹਕੂਮਤਾਂ ਦਹਿਸ਼ਤਗਰਦ ਹੁੰਦੀਆਂ ਤੇ ਉਹ ਹੱਦਾਂ ਪਾਰ ਕਰ ਜਾਂਦੀਆਂ। ਤਾਂ ਉਹ ਦਹਿਸ਼ਤ ਜਿਹੜੀ ਸੀ ਉਹ ਸਮਾਜ ਵਿੱਚ ਉਹ ਪਾਉਣੀ ਚਾਹੁੰਦਾ ਸੀ ਵਕਤ ਦਾ ਬਾਦਸ਼ਾਹ, ਜਹਾਂਗੀਰ ਦਿੱਲੀ ਦਾ ਬਾਦਸ਼ਾਹ, ਕਿ ਜਦੋਂ ਲੋਕ ਇੰਨੇ ਭੈਭੀਤ ਹੋ ਜਾਣ ਕਿ ਸਾਡੇ ਆਗੂ ਦਾ ਇਹ ਹਸ਼ਰ ਹੋਇਆ ਕਿ ਕੋਈ ਵੀ ਸਿੱਖ ਨਹੀਂ ਬਣੇਗਾ। ਪਰ ਕਮਾਲ ਦਾ ਰਿਜ਼ਲਟ ਨਿਕਲਦਾ ਹੈ ਕਿ ਸਿੱਖਾਂ ਦੇ ਜਜ਼ਬੇ ਦੇ ਅੰਦਰ ਇੱਕ ਤੂਫਾਨ ਆਉਂਦਾ, ਅਕਾਲ ਤਖਤ ਸਾਹਿਬ ਦਾ ਨਿਰਮਾਣ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਜੀ 2 ਸ੍ਰੀ ਸਾਹਿਬਾਂ ਪਹਿਨਦੇ ਨੇ ਤੇ ਨਤੀਜਾ ਇਹ ਨਿਕਲਦਾ ਕਿ ਇੰਨੀ ਜੁਰਤ ਪੈਦਾ ਹੁੰਦੀ ਹੈ, ਇੰਨਾ ਜਜ਼ਬਾ ਪੈਦਾ ਹੁੰਦਾ ਕਿ ਪਹਿਲੀ ਵਾਰ ਇਸ ਧਰਤੀ ਉੱਤੇ ਵਕਤ ਦੀ ਮੁਗਲ ਹਕੂਮਤ ਦੇ ਨਾਲ 4 ਜੰਗਾਂ ਹੁੰਦੀਆਂ ਤੇ ਚਾਰੇ ਜੰਗਾਂ ਵਿੱਚ ਸਿੱਖ ਫਤਿਹ ਪ੍ਰਾਪਤ ਕਰਦੇ ਆ। ਸ਼੍ਰੀ ਰਾਮਚੰਦਰ ਜੀ ਦੇ ਨਾਲ ਰਾਵਣ ਦਾ ਕਈ ਯੁਗਾਂ ਦੀਆਂ ਬਾਤਾਂ ਕਰਦੇ ਆ ਕਿ ਜੰਗ ਹੋਇਆ। ਇੱਕ ਗੁੱਸੇ ਦੀ ਭਾਵਨਾ ਜਿਹੜੀ ਹਿੰਦੂ ਵੀਰ, ਉਸ ਗੁੱਸੇ ਨੂੰ ਵਿਅਕਤ ਕਰਨ ਵਾਸਤੇ ਰਾਵਣ ਦੇ ਪ੍ਰਤੀ ਸੀ ਜਿਹੜਾ ਅੱਜ ਵੀ ਪੁਤਲੇ ਬਣਾ ਕੇ ਉਹਨੂੰ ਅੱਗ ਲਾਈ ਜਾਂਦੀ ਹੈ, ਉਹਨੂੰ ਸਾੜਿਆ ਜਾਂਦਾ। ਪਰ ਜਦੋਂ ਅਸੀਂ ਆਪਣੇ ਪੁਰਖਿਆਂ ਦੀ ਬਣਾਈ ਇਸ ਰਵਾਇਤ ਨੂੰ ਵੇਖਦੇ ਹਾਂ ਤੇ ਸਿਰ ਝੁਕਦਾ ਕਿ ਅੱਗ ਲਾ ਕੇ ਪੁਤਲੇ ਨਹੀਂ ਸਾੜੇ। ਇਨਵਾਇਰਮੈਂਟ ਉਹਨਾਂ ਨੂੰ ਪਤਾ ਸੀ ਦੂਸ਼ਿਤ ਨਾ ਹੋਵੇ ਤੇ ਇਹ ਨਫ਼ਰਤ ਦੀ ਅੱਗ ਨੂੰ ਅੱਗ ਨਾਲ ਨਹੀਂ ਬੁਝਾਇਆ, ਬਲਕਿ ਸਾਡੇ ਪੁਰਖਿਆਂ ਨੇ ਇਹ ਸਾਨੂੰ ਦੇਣ ਦਿੱਤੀ ਕਿ ਸਤਿਗੁਰ ਜੀ ਨੂੰ ਜਿਹੜਾ ਅੱਗ ਤੇ ਬਿਠਾ ਕੇ ਸਾੜਨ ਦਾ ਯਤਨ ਕਰ ਰਿਹਾ, ਅਸੀਂ ਉਹਦੇ ਕੰਪੈਰੀਟਿਵਲੀ ਸੀਤਲਤਾ ਵੰਡਾਂਗੇ, ਠੰਡਾ ਮਿੱਠਾ ਸੀਤਲ ਜਲ। ਜਦੋਂ ਮਿਲਦਾ ਨਹੀਂ ਸੀ ਢੂੰਡਿਆਂ ਤੇ ਉਦੋਂ ਸੇਵਾਏ ਆਰੰਭ ਕੀਤੀ। ਤੋ ਨਫ਼ਰਤ ਦੇ ਬਦਲੇ ਪਿਆਰ ਵੰਡਣਾ, ਅੱਗ ਦੇ ਬਦਲੇ ਸੀਤਲਤਾ ਵੰਡਣੀ, ਇਹ ਜਿਹੜੀ ਪਿਰਤ ਸਾਡੇ ਪੁਰਖਿਆਂ ਨੇ ਪਾਈ ਹੈ, ਇਹਨੂੰ ਅਸੀਂ ਨਮਸਕਾਰ ਕਰਦੇ ਹਾਂ। ਯਾਰ ਇਹੀ ਗੁਰੂ ਸਾਹਿਬ ਜੀ ਦੀ ਸਿੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਮਨੁੱਖਤਾ ਦੇ ਭਲੇ ਲਈ ਗੁਰਬਾਣੀ ਰੂਪੀ ਚਾਨਣ ਦੇ ਕੇ ਆਪ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਤਿਗੁਰੂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ। ਸਾਡੇ ਨਾਲ ਇਸ ਵਕਤ ਮੌਜੂਦ ਨੇ ਗਿਆਨੀ ਹਰਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ। ਆਓ ਸਤਿਗੁਰੂ ਜੀ ਦੀ ਸ਼ਹਾਦਤ ਬਾਰੇ ਗੱਲ ਕਰਦੇ ਹਾਂ ਅਤੇ ਅਜਿਹੀ ਸ਼ਹਾਦਤ ਤੋਂ ਅਸੀਂ ਕੀ ਸਿੱਖਿਆ ਲੈਣੀ ਹੁੰਦੀ ਹੈ ਤੇ ਅਸੀਂ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਕਿਵੇਂ ਆਪਣਾ ਜੀਵਨ ਚੰਗਾ ਬਤੀਤ ਕਰਨਾ ਹੈ, ਸੁਚੱਜਾ ਬਤੀਤ ਕਰਨਾ ਹੈ, ਇਸ ਬਾਰੇ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਜੀ, ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਦੇ ਸਮੇਂ ਦੀ ਜੇ ਗੱਲ ਕਰੀਏ
ਤਾਂ ਬੜੀਆਂ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਭਲਾਈ ਲਈ, ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੇ ਹਾਂ, ਪਰ ਇੱਕ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਇੱਕ ਸੱਚ ਦਾ ਸੰਦੇਸ਼ ਦੇਣ ਦੇ ਬਦਲੇ, ਇਹ ਅਦੁੱਤੀ ਸ਼ਹਾਦਤ, ਤੁਸੀਂ ਇਸ ਨੂੰ ਕਿਵੇਂ ਆਪਣੇ ਸ਼ਬਦਾਂ ਵਿੱਚ ਵਿਆਖਿਆਨ ਕਰੋਗੇ? ਅਸਲ ਵਿੱਚ ਜੀ ਇਹ ਗੁਰੂ ਨਾਨਕ ਸਾਹਿਬ ਦਾ ਮਾਰਗ ਹੈ। ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਕਾਇਆ ਹੀ ਪਲਟੀ ਜਾ ਰਹੀ ਹੈ, ਜੁਗਤ ਵੀ ਉਹੀ ਹੈ ਤੇ ਜੋਤ ਵੀ ਉਹੀ ਹੈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਲੋਕਾਂ ਨੂੰ ਰੂਹਾਨੀ ਉਪਦੇਸ਼ ਦਿੰਦੇ ਆ, ਆਤਮਿਕ ਆਨੰਦ ਵੱਲ ਪ੍ਰੇਰਿਤ ਕਰਦੇ ਆ, ਆਤਮਿਕ ਜੀਵਨ ਦੀ ਲੋੜ ਦਿੰਦੇ ਆ, ਉੱਥੇ ਗੁਰੂ ਸਾਹਿਬ ਜੀ ਸਿਰਫ ਨਾਮ ਸਿਮਰਨ ਦੀ ਦਾਤ ਨਹੀਂ ਦਿੰਦੇ, ਵਕਤ ਦੇ ਹਾਕਮਾਂ ਦੇ ਜ਼ੁਲਮ ਪ੍ਰਤੀ ਵੀ ਜਿਹੜੇ ਆਵਾਜ਼ ਬੁਲੰਦ ਕਰਦੇ ਆ, ਲੁਕਾਈ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਸੁਚੇਤ ਕਰਦੇ ਆ। ਉਹ ਸਮਾਜ ਵਿੱਚ ਇੱਕ ਵੱਡਾ ਇਨਕਲਾਬ ਦਾ ਜਨਮ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਨਾਲ, ਉਹਨਾਂ ਦੇ ਬਚਨਾਂ ਨਾਲ ਆਉਂਦਾ। ਕੁਦਰਤੀ ਹੈ ਜੀ, ਜਦੋਂ ਸੱਚ ਦਾ ਸੂਰਜ ਉਦੇ ਹੋਣਾ ਤੇ ਫਿਰ ਉਹਨੇ ਕੂੜ ਦੇ ਹਨੇਰੇ ਨੂੰ ਚੀਰਨਾ ਵੀ ਹੈ। ਕੂੜ ਅਮਾਵਸ, ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ, ਐਸੀ ਦਸ਼ਾ ਸੀ। ਸੋ ਉਸ ਕੂੜ ਦੀ ਕਾਲੀ ਰਾਤ ਨੂੰ ਸੱਚ ਦੇ ਸੂਰਜ ਨੇ ਰੁਸ਼ਨਾਇਆ ਤੇ ਜਿਹੜਾ ਹਨੇਰਾ ਸੀ ਅਗਿਆਨਤਾ ਦਾ, ਭਾਵੇਂ ਉਹ ਧਾਰਮਿਕ ਅਡੰਬਰ ਕਰਕੇ ਸੀ ਤੇ ਭਾਵੇਂ ਉਹ ਰਾਜਿਆਂ ਦੇ ਅਤਿਆਚਾਰ ਕਰਕੇ ਸੀ, ਉਹ ਇਸ ਸੂਰਜ ਦੇ ਸਾਹਮਣੇ ਦੋਨੋਂ ਹੀ ਤਿਲਮਿਲਾ ਉੱਠੇ। ਦੋਨਾਂ ਨੇ ਯਤਨ ਕੀਤੇ ਕਿ ਗੁਰੂ ਨਾਨਕ ਦੀ ਸੱਚ ਦੀ ਸੱਦ ਨੂੰ ਕਿੱਦਾਂ ਖਤਮ ਕੀਤਾ ਜਾਵੇ। ਸਾਜ਼ਿਸ਼ਾਂ ਹੋਣ ਲੱਗੀਆਂ ਤੇ ਉਹ ਨਿਰੰਤਰ ਚੱਲਦੀਆਂ ਸਾਜ਼ਿਸ਼ਾਂ ਜਿਹਦਾ ਆਰੰਭ ਜਿਹੜਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਜੇਲ੍ਹ ਵਿੱਚ ਜਾਣ ਤੋਂ ਹੁੰਦਾ। ਜਦੋਂ ਬਾਬਰ ਨੂੰ ਜਾਬਰ ਕਿਹਾ, ਸੱਚ ਪ੍ਰਗਟ ਹੋਇਆ, ਸੱਚ ਕੌੜਾ ਲੱਗਿਆ, ਤੋ ਉਹ ਸਫ਼ਰ ਨਿਰੰਤਰ ਚੱਲਦਾ ਰਿਹਾ ਜੀ ਉਹ ਸੱਚ ਦਾ। ਫਿਰ ਨਿਰੰਤਰ ਕੋਸ਼ਿਸ਼ਾਂ ਰਹੀਆਂ, ਖਾਸ ਕਰਕੇ ਕਰਮਕਾਂਡੀ ਲੋਕ ਜਿਹੜੇ ਸੀ ਉਹ ਬਹੁਤ ਚਿੰਤਤ ਸਨ। ਉਹਨਾਂ ਦੇ ਕਰਮਕਾਂਡ ਨੂੰ ਬਹੁਤ ਵੱਡੀ ਸੱਟ ਵੱਜ ਰਹੀ ਸੀ। ਪੰਜਾਬ ਦੀ ਧਰਤੀ ਉੱਤੇ ਜਿਹੜਾ ਧਰਮ ਪਰਿਵਰਤਨ ਦਾ ਦਰਵਾਜ਼ਾ ਸੀ ਉਹ ਸੀ ਕਬਰ ਪੂਜਾ। ਸਖੀ ਸਰਵਰੀਆਂ ਦਾ ਜ਼ੋਰ ਸੀ। ਤੋ ਉਹਦੇ ਮਾਝਾ, ਮਾਲਵਾ, ਦੁਆਬਾ, ਤਿੰਨ ਜਿਹੜੇ ਖੇਤਰ ਸਨ, ਤਿੰਨਾਂ ਖੇਤਰਾਂ 'ਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰਮਤ ਦਾ ਪ੍ਰਕਾਸ਼ ਕੀਤਾ, ਗੁਰਬਾਣੀ ਦਾ ਚਾਨਣ ਲੋਕਾਂ ਤੱਕ ਪਹੁੰਚਿਆ, ਕਰਮਕਾਂਡਾਂ ਤੋਂ ਮੁਕਤ ਹੋਏ। ਅਤੇ ਮਾਝੇ ਦੇ ਵਿੱਚ ਭਾਈ ਲੰਗਾਹ ਜੀ, ਮਾਲਵੇ ਦੇ ਵਿੱਚ ਭਾਈ ਬਹਿਲੋ ਜੀ ਅਤੇ ਦੁਆਬੇ ਦੇ ਵਿੱਚ ਭਾਈ ਮੰਝ ਜੀ, ਕੰਗਮਾਈ ਪਿੰਡ ਦੇ ਰਹਿਣ ਵਾਲੇ, ਉਹ ਜਦੋਂ ਮੁਖੀ ਸਨ ਅਸਲ 'ਚ ਉਹ ਜੀ ਕਬਰ ਪੂਜਕਾਂ ਦੇ ਸਰਵਰੀਆਂ, ਉਹਨਾਂ ਨੂੰ ਭਰਾਈ ਕਹਿੰਦੇ ਸਨ। ਅਤੇ ਜਦੋਂ ਇਹ ਆਗੂ ਗੁਰੂ ਸਾਹਿਬ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਗੁਰਮਤ ਵਾਲੇ ਪਾਸੇ ਆਏ, ਕਬਰਾਂ ਢਹਿਣ ਲੱਗੀਆਂ, ਮਨਮਤ ਛੁੱਟਣ ਲੱਗੀ, ਉਸ ਵੇਲੇ ਜਿਹੜੀ ਸੀ ਉਹ ਉਹਨਾਂ ਮੁਤੱਸਬੀ ਲੋਕਾਂ ਨੂੰ ਵੀ ਚਿੰਤਾ ਹੋਈ। ਨੇੜੇ ਵੱਸਦਾ ਸੀ ਬਟਾਲਾ ਜੀ। ਬਟਾਲੇ ਦੇ ਅੰਦਰ ਕਰਮਕਾਂਡੀ ਲੋਕ ਉਸੇ ਦਿਨ ਤੋਂ ਚਿੰਤਤ ਸਨ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਟਾਲੇ ਵਿਆਹੁਣ ਗਿਆ ਅਗਨੀ ਨੂੰ ਆਪਣਾ ਇਸ਼ਟ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਅਗਨੀ ਦੇ ਦੁਆਲੇ ਪਰਿਕਰਮਾ ਨਹੀਂ ਲਵਾਂਗੇ, ਫੇਰੇ ਨਹੀਂ ਹੋਣਗੇ ਸਾਡੇ, ਕਿਉਂਕਿ ਅਗਨੀ ਸਾਡਾ ਇਸ਼ਟ ਨਹੀਂ ਹੈ। ਸਾਡਾ ਇਸ਼ਟ ਤੇ ਅਜੂਨੀ, ਅਕਾਲ, ਸਹਿ ਭੰਗ, ਉਹ ਇੱਕ ਓਂਕਾਰ ਸਰੂਪ ਹੈ। ਸੋ ਉਹ ਜਿਹੜੀ ਗੱਲ ਮੁਤੱਸਬੀਆਂ ਨੂੰ ਚੁੱਭਦੀ ਸੀ ਤੇ ਉਹ ਵਕਤ ਦੀ ਚਾਲ ਚੱਲਦੀ ਗਈ। ਉਹ ਜਿਹੜੀ ਅੰਦਰੇ ਅੰਦਰ ਇੱਕ ਅੱਗ ਸੁਲਗਦੀ ਸੀ। ਮੌਕਾ ਬਣਿਆ ਜਹਾਂਗੀਰ ਦੇ ਵੇਲੇ, ਉਹ ਇੱਕ ਪਾਸੇ ਬੀਰਬਲ ਵਰਗੀਆਂ ਸ਼ਕਤੀਆਂ ਸਨ, ਇੱਕ ਪਾਸੇ ਸ਼ੇਖ ਅਹਿਮਦ ਸਰਹੰਦੀ ਵਰਗੀਆਂ, ਮੁਰਤਜ਼ਾ ਖਾਨ ਦੇ ਜ਼ਰੀਏ ਜਿਵੇਂ ਸਾਰਾ ਕੁਛ ਉਹ ਵਰਤਦਾ। ਤੋ ਇੱਕ ਬਹਾਨਾ ਬਣਾ ਕੇ ਖੁਸਰੋ ਦੀ ਮਦਦ ਦਾ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਬੇਸਿਕ ਕਾਰਨ ਜਿਹੜਾ ਸੀ ਉਹ ਮੁਤੱਸਬ ਸੀ, ਧਾਰਮਿਕ ਕੱਟੜਤਾ ਸੀ। ਅਤੇ ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜੀ ਤੋਂ ਰਾਜਿਆਂ ਨੂੰ ਡਰ ਲੱਗਦਾ ਸੀ, ਲੋਕਾਂ ਦਾ ਚੇਤਨ ਹੋਣਾ। ਅਤੇ ਉਹ ਲੋਕ ਚੇਤਨਤਾ ਜਿਹੜੀ ਸੀ ਉਹ ਚੁੱਭਦੀ ਸੀ। ਉਹ ਸਦਾ ਹੀ ਵਕਤ ਦੀਆਂ ਜਿਹੜੀਆਂ ਜ਼ਾਲਮ ਹਕੂਮਤਾਂ ਹੁੰਦੀਆਂ, ਉਹਨਾਂ ਨੂੰ ਇਸ ਗੱਲ ਤੋਂ ਵੱਡੀ ਚਿੰਤਾ ਹੁੰਦੀ ਹੈ ਕਿ ਜੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋ ਗਏ, ਲੋਕ ਚੇਤਨ ਹੋ ਗਏ, ਅਤੇ ਫਿਰ ਸਾਡਾ ਰਾਜ ਕਰਨਾ ਔਖਾ ਹੋ ਜਾਏਗਾ। ਅਤੇ ਉਹਦਾ ਸੋਮਾ ਸਨ ਗੁਰੂ ਨਾਨਕ ਦਾ ਘਰ, ਜਿਹਦੇ 'ਚ ਜਹਾਂਗੀਰ ਬਾਦਸ਼ਾਹ ਆਪਣੀ ਤੁਜਕ 'ਚ ਲਿਖਦਾ ਕਿ ਮੈਂ ਤਾਂ ਬਹੁਤ ਦੇਰ ਦਾ ਸੋਚ ਰਿਹਾ ਸੀ ਕਿ ਉਹ ਜਿਵੇਂ ਨਫ਼ਰਤ ਦੇ ਉਹ ਬੋਲ ਲਿਖਦਾ, ਕਹਿੰਦਾ ਕਿ ਝੂਠ ਦੀ ਦੁਕਾਨ ਹੈ, ਕਿ ਮੈਂ ਕਦੋਂ ਦਾ ਇਹਨੂੰ ਬੰਦ ਕਰ ਦਿਆਂ। ਅਤੇ ਉਹ ਇੱਕ ਸਮਝਦਾ ਕਿ ਮੌਕਾ ਭਾਲ, ਜਦੋਂ ਉਹਦੀ ਲਿਖਤ ਤੋਂ ਤੁਜਕ ਤੋਂ ਜ਼ਾਹਰ ਹੁੰਦਾ ਕਿ ਉਹ ਮੌਕਾ ਭਾਲਦਾ ਸੀ। ਤਾਂ ਉਹਨੂੰ ਇੱਕ ਬਹਾਨਾ ਲੱਭਿਆ ਖੁਸਰੋ ਦੀ ਮਦਦ ਦਾ। ਤਾਂ ਗੁਰੂ ਸਾਹਿਬ ਜੀ ਨੂੰ ਉਸ ਬਹਾਨੇ ਦੇ ਨਾਲ ਉਹਨੇ ਗ੍ਰਿਫਤਾਰ ਕੀਤਾ। ਉਹ ਦੂਜਾ ਜਿਹੜੇ ਵੱਡੀ ਕਾਰਨ ਇਹ ਸੀ ਕਿ ਸਿੱਖੀ ਦੀ ਵਿਲੱਖਣਤਾ ਦਾ ਉਜਾਗਰ ਹੋਣਾ। ਜਿਵੇਂ ਆਪ ਜੀ ਦੱਸ ਹੀ ਰਹੇ ਸੀ, ਕਰਮਕਾਂਡਾਂ ਵਿੱਚ ਪੈ ਕੇ ਲੋਕਾਂ ਦੀ ਬੁੱਧੀ ਜਿਹੜੀ ਹੈ ਉਹ ਓਨੀ ਵਿਕਸਿਤ ਨਹੀਂ ਹੋ ਪਾਉਂਦੀ ਜਿੰਨੀ ਇੱਕ ਸੱਚੇ ਗਿਆਨ ਨੇ ਕਰਨੀ ਹੁੰਦੀ ਹੈ। ਤਾਂ ਗੁਰੂ ਜੀ ਨੇ ਸੱਚਾ ਗਿਆਨ ਦ੍ਰਿੜ ਕਰਵਾਇਆ ਅਤੇ ਹਮੇਸ਼ਾ ਹੀ ਗਿਆਨੀਆਂ ਤੋਂ, ਜਿਵੇਂ ਤੁਸੀਂ ਕਿਹਾ ਕਿ ਰਾਜਨੀਤਿਕ ਲੋਕਾਂ ਨੂੰ ਘਬਰਾਹਟ ਹੁੰਦੀ ਹੈ, ਸੋ ਇਹ ਮਿਲ ਕੇ ਕਰਮਕਾਂਡੀ, ਧਰਮੀ ਅਤੇ ਰਾਜਨੀਤਿਕ ਲੋਕ ਮਿਲ ਕੇ ਸਾਜ਼ਿਸ਼ਾਂ ਰਚਦੇ ਨੇ। ਰਾਜਨੀਤਿਕ ਲੋਕਾਂ ਦੀ ਜਿਹੜੀ ਸਭ ਤੋਂ ਵੱਡੀ ਇੱਕ ਹਥਿਆਰ ਹੁੰਦਾ ਹੈ, ਪਾੜੋ ਅਤੇ ਰਾਜ ਕਰੋ।
ਗੁਰੂ ਸਾਹਿਬ ਜੀ ਨੇ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ। ਇੱਕ ਤੇ ਸਿੱਖੀ ਦੀ ਵਿਲੱਖਣਤਾ ਦਾ ਮੁੱਢ ਜਿਹੜਾ ਸੀ ਉਹ ਉਜਾਗਰ ਹੋਇਆ ਵੀ ਆਪਣਾ ਧਰਮ ਕੇਂਦਰ, ਆਪਣਾ ਗ੍ਰੰਥ, ਇਹ ਕਿਸੇ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੁੰਦਾ। ਦੂਜਾ, ਉਸ ਕੇਂਦਰ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਕੋਲ ਖੁਆ ਰਿਹਾ। ਤੇ ਜਿਹੜਾ ਰਾਜਸੀ ਇੱਕ ਸਿਸਟਮ ਹੁੰਦਾ ਪਾੜੇ ਵਾਲਾ, ਜਿਵੇਂ ਅੱਜ ਵੀ ਅਸੀਂ ਵੇਖਦੇ ਹਾਂ ਕਿ ਵੱਡੀ ਪੱਧਰ ਦੇ ਉੱਤੇ ਸਮਾਜ ਨੂੰ ਪਾੜਨ ਦਾ ਯਤਨ ਕੀਤਾ ਜਾਂਦਾ, ਉਹ ਭਾਵੇਂ ਹਿੰਦੂ ਸਿੱਖ ਦੇ ਨਾਂ 'ਤੇ, ਭਾਵੇਂ ਉਹ ਜਾਤੀਵਾਦ ਦੇ ਨਾਂ 'ਤੇ ਅੱਜ ਪੰਜਾਬ 'ਚ ਬੜੀ ਸਰਗਰਮੀ ਚੱਲ ਰਹੀ ਹੈ। ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੈ। ਖਾਲਸਾ ਪੰਥ ਇਸ ਪ੍ਰਥਾਏ, ਮੈਂ ਬੇਨਤੀ ਕਰਦਾ ਕੌਮ ਦਾ ਸੇਵਾਦਾਰ ਹੋਣ ਦੇ ਨਾਤੇ ਕਿ ਬਹੁਤ ਚੇਤਨ ਹੋਣ ਦੀ ਲੋੜ ਹੈ। ਇਹ ਬੜੀਆਂ ਸਾਜ਼ਿਸ਼ਾਂ ਦੇ ਅਧੀਨ ਪਾਠਕ ਪਾਏ ਜਾਂਦੇ ਆ। ਸੋ ਗੁਰੂ ਸਾਹਿਬ ਜੀ ਜਦੋਂ ਇਹ ਪਾਠਕ ਖਤਮ ਕਰਦੇ ਆ, ਸਾਈਂ ਮੀਆਂ ਮੀਰ ਜੀ ਨੀਂਹ ਰੱਖਣ ਵਾਸਤੇ ਆਉਂਦੇ ਆ, ਹਕੂਮਤ ਨੂੰ ਉੱਥੇ ਵੀ ਚਿੰਤਾ ਹੁੰਦੀ ਹੈ ਕਿ ਜੇ ਸਾਰੀ ਮਨੁੱਖਤਾ ਇੱਦਾਂ ਹੀ ਇੱਕ ਹੋਏਗੀ ਤੇ ਸਾਡਾ ਪਾੜੋ ਤੇ ਰਾਜ ਕਰੋ ਵਾਲਾ ਸਿਧਾਂਤ ਜਿਹੜਾ ਫਲਸਫਾ ਉਹਨੂੰ ਸੱਟ ਵੱਜੇਗੀ। ਸੋ ਬਹਾਨਾ ਬਣਾ ਕੇ ਗੁਰੂ ਸਾਹਿਬ ਜੀ ਨੂੰ ਕੈਦ ਕੀਤਾ ਜਾਂਦਾ। ਉਹਦੇ ਵਿੱਚ ਚੰਦੂ ਵੀ ਜਿਹੜਾ ਉਹ ਆਪਣਾ ਇੱਕ ਖਾਸ ਰੋਲ ਅਦਾ ਕਰਦਾ, ਬੀਰਬਲ ਵੀ ਇੱਕ ਖਾਸ ਰੋਲ, ਕਿਉਂਕਿ ਚੰਦੂ ਇਸ ਗੱਲ 'ਚ ਸੜਿਆ ਹੋਇਆ, ਉਹਨੂੰ ਮੌਕਾ ਮਿਲ ਜਾਂਦਾ ਕਿ ਮੇਰੀ ਧੀ ਦਾ ਰਿਸ਼ਤਾ ਸੰਗਤ ਦੇ ਕਹਿਣ 'ਤੇ। ਮਹਾਰਾਜ ਜੀ ਕਹਿੰਦੇ ਵੀ ਸੰਗਤ ਨੇ ਜਦੋਂ ਦਿੱਲੀ ਦੇ ਨੇ ਕਿਹਾ ਕਿ ਚੰਦੂ ਹੰਕਾਰੀ ਹੈ, ਮੰਦੇ ਬੋਲ ਬੋਲਦਾ, ਤਾਂ ਗੁਰੂ ਸਾਹਿਬ ਜੀ ਨੇ ਸੰਗਤ ਦੇ ਬਚਨਾਂ ਨੂੰ ਤਰਜੀਹ ਦਿੱਤੀ, ਨਾ ਕਿ ਇੱਕ ਵੱਡੇ ਵਜ਼ੀਰ ਦੀ ਧੀ ਦੇ ਰਿਸ਼ਤੇ ਨੂੰ। ਸੋ ਸੰਗਤ ਦਾ ਮਾਨ ਤਾਨ ਸੀ, ਤਾਂ ਉਹ ਵੀ ਆਪਣਾ ਰੋਲ ਅਦਾ ਕਰ ਰਿਹਾ। ਸੋ ਇੱਦਾਂ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਫਿਰ ਲਾਹੌਰ ਲਿਜਾਇਆ ਜਾਂਦਾ ਹੈ। ਜਿਵੇਂ ਆਪ ਜੀ ਦੱਸ ਰਹੇ ਸੀ ਕਿ ਜਿੱਥੇ ਕਰਮਕਾਂਡੀ ਲੋਕਾਂ ਨੇ ਵਿਰੋਧ ਕੀਤਾ, ਰਾਜਨੀਤਿਕ ਲੋਕਾਂ ਨੇ ਵਿਰੋਧ ਕੀਤਾ, ਉੱਥੇ ਕੁਝ ਹੋਰ ਕਾਰਨ ਵੀ ਬਣੇ। ਇੱਕ ਇਹ ਵੀ ਕਾਰਨ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਬੀੜ ਦੀ ਰਚਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਲਿਖਵਾਈ, ਉਹਦੇ ਵਿੱਚ ਚਾਹੇ ਉਹ ਇੱਕ ਮੁਸਲਮਾਨ ਹੋ ਕੇ ਪੁਜਾਰੀ ਜਾਂ ਉੱਥੋਂ ਦੇ ਮੌਲਵੀ ਵੱਲੋਂ ਝੂਠ ਬੋਲਿਆ ਜਾਂਦਾ ਸੀ, ਚਾਹੇ ਇੱਕ ਹਿੰਦੂ ਹੋ ਕੇ ਪੰਡਤ ਵੱਲੋਂ ਝੂਠ ਬੋਲਿਆ ਜਾਂਦਾ ਸੀ, ਉਸ ਦੇ ਬਾਰੇ ਵੀ ਕਟਾਕਸ਼ ਜਿਹੜੇ ਨੇ ਗੁਰਬਾਣੀ ਵਿੱਚ ਕੀਤੇ ਗਏ ਸੀ, ਉਹ ਵੀ ਕਿਤੇ ਨਾ ਕਿਤੇ ਕਾਰਨ ਬਣੇ। ਬਿਲਕੁਲ ਜੀ, ਗੁਰਬਾਣੀ ਆਪਣੇ ਆਪ ਵਿੱਚ ਹੈ ਹੀ ਇੱਕ ਇਨਕਲਾਬ ਹੈ, ਜਿਹਨੂੰ ਅਸੀਂ ਬਚਨ ਵਰਤਦੇ ਹਾਂ, ਗੁਰਬਾਣੀ ਇਸ ਜੱਗ ਮੈਂ ਚਾਨਣ। ਤੋ ਜਿਹੜੀ ਮੈਂ ਪਹਿਲਾਂ ਅਰਜ਼ ਕਰ ਰਿਹਾ ਸੀ ਵੀ ਉਸ ਚਾਨਣ ਤੋਂ ਹਨੇਰੇ ਨੂੰ ਖਤਰਾ ਹੀ ਖਤਰਾ ਸੀ। ਹਰ ਪੱਖ ਤੋਂ, ਸਿਰਫ ਰੂਹਾਨੀ ਪੱਖ ਹੀ ਨਹੀਂ, ਹਰ ਪੱਖ ਜਿਹੜਾ ਸੀ ਉਹ ਰਾਜਿਆਂ ਨੂੰ ਉਹਨਾਂ ਦੀ ਅਸਲੀਅਤ ਦੱਸਣੀ, ਮਨੁੱਖਤਾ ਨੂੰ ਵੰਡੀਆਂ ਤੋਂ ਮੁਕਤ ਕਰਨਾ, ਭੈ ਤੋਂ, ਕਰਮਕਾਂਡ ਤੋਂ। ਇੱਕ ਜਿਹੜਾ ਅੰਡਰ ਪ੍ਰੈਸ਼ਰ ਦੁਨੀਆ ਜੂ ਰਹੀ ਸੀ, ਉਹਨਾਂ ਨੂੰ ਜੂਣ ਦਾ ਵੱਲ ਸਿਖਾ ਰਹੀ ਹੈ ਬਾਣੀ, ਅੱਜ ਵੀ ਸਿਖਾ ਰਹੀ ਹੈ। ਅਤੇ ਇਹੀ ਕਾਰਨ ਹੈ ਵੀ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਬਾਣੀ ਦਾ ਜਿਹੜਾ ਪ੍ਰਚਾਰ ਹੈ ਉਹ ਕਈਆਂ ਨੂੰ ਕਈ ਵਾਰੀ ਰੜਕਣ ਵੀ ਲੱਗ ਪੈਂਦਾ। ਤਾਂ ਉਸ ਵੇਲੇ ਜਦੋਂ ਸ਼ਹਾਦਤ ਲਈ ਸਤਿਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਪਹਿਲੋਂ ਜਦੋਂ ਗ੍ਰਿਫਤਾਰੀ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਉਹਦੇ ਬਾਰੇ ਤੇ ਸ਼ਹਾਦਤ ਬਾਰੇ ਵੀ ਸੰਗਤ ਨੂੰ ਥੋੜ੍ਹਾ ਜਿਹਾ ਸੰਖੇਪ ਰੂਪ ਵਿੱਚ। ਸ਼ੇਖ ਅਹਿਮਦ ਸਰਹੰਦੀ ਖਾਸ ਰੋਲ ਅਦਾ ਕਰ ਰਿਹਾ ਸੀ। ਮੁਤੱਸਬ ਦੀ ਨੀਤੀ ਦੇ ਅਧੀਨ ਮੁਰਤਜ਼ਾ ਖਾਨ ਦੇ ਹਵਾਲੇ ਗੁਰੂ ਸਾਹਿਬ ਜੀ ਨੂੰ ਕੀਤਾ ਗਿਆ। ਤੋ ਇਹ ਵੀ ਇਤਿਹਾਸ ਸਾਡਾ ਦੱਸਦਾ ਕਿ ਸ਼ਰਤ ਰੱਖੀ ਗਈ ਕਿ ਤੁਸੀਂ ਇੰਨਾ ਪੈਸਾ ਜਿਹੜਾ ਉਹ ਭਰੋ। ਅਤੇ ਗੁਰੂ ਸਾਹਿਬ ਜੀ ਨੇ ਕਿਹਾ, ਜੁਰਮਾਨੇ ਦੇ ਤੌਰ 'ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਸੰਗਤ ਦੀ ਅਮਾਨਤ ਹੈ, ਇਹਨੂੰ ਕਿਸੇ ਰਾਜੇ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਅਸੀਂ ਹਰ ਤਰ੍ਹਾਂ ਦੇ ਨਾਲ ਸਭ ਕੁਝ ਝੱਲਣ ਵਾਸਤੇ ਤਿਆਰ ਹਾਂ। ਲਾਹੌਰ ਲਿਜਾਇਆ ਗਿਆ, ਉੱਥੇ ਚੰਦੂ ਵੀ ਮੌਜੂਦ ਹੈ ਅਤੇ ਸਾਰਾ ਜ਼ੁਲਮੋ ਸਿਤਮ ਢਾਉਣ ਦੇ ਵਿੱਚ ਜਿਹੜਾ ਉਹ ਰੋਲ ਅਦਾ ਕਰਦਾ। ਤੋ ਗੁਰੂ ਸਾਹਿਬ ਜੀ ਨੂੰ ਉੱਥੇ ਰੱਖ ਕੇ ਹਰ ਤਰ੍ਹਾਂ ਦਾ ਤਸ਼ੱਦਦ ਉਹਨਾਂ ਦੇ ਤਨ 'ਤੇ ਢਾਇਆ ਗਿਆ। ਜਦੋਂ ਅਸੀਂ ਕਾਨੂੰਨ ਦੇ ਪਿਛੋਕੜ ਵੱਲ ਵੇਖਦੇ ਹਾਂ ਤੇ ਮਗੋਲਾਂ ਦਾ ਤਿਆਰ ਕੀਤਾ ਹੋਇਆ ਜਿਹੜਾ ਚੰਗੇਜ਼ ਖਾਨ ਦੇ ਵੇਲੇ ਦਾ ਕਾਨੂੰਨ ਸੀ, ਜਿਹਨੂੰ ਜਾਸਾ ਕਾਨੂੰਨ ਕਿਹਾ ਜਾਂਦਾ ਸੀ, ਜਾਸਾ ਇਹ ਮਗੋਲ ਵੀ ਆਖਿਆ ਜਾਂਦਾ, ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੈ ਤੇ ਉਹਦੇ ਖੂਨ ਦਾ ਕਤਰਾ ਧਰਤੀ 'ਤੇ ਨਾ ਡਿੱਗੇ। ਅਤੇ ਇੱਦਾਂ ਦੀ ਸਜ਼ਾ ਦਿੱਤੀ ਜਾਂਦੀ ਸੀ ਕਿ ਮੌਤ ਵੀ ਭਿਆਨਕ ਤਰੀਕੇ ਨਾਲ ਹੋਵੇ ਅਤੇ ਖੂਨ ਵੀ ਨਾ ਡੁੱਲੇ। ਸੋ ਗੁਰੂ ਸਾਹਿਬ ਜੀ ਉੱਤੇ ਜਾਸਾ ਲਾਇਆ ਗਿਆ। ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਉਣਾ, ਅੱਗ ਵਰਗੀ ਰੇਤ ਸੀਸ ਵਿੱਚ ਪਾਉਣੀ, ਭੁੱਖਿਆਂ ਰੱਖਣਾ, ਉਹ ਨੀਂਦਰੇ ਰੱਖਣਾ, ਜਿਸਮ ਲੂਹਿਆ ਗਿਆ, ਛਲਣੀ ਹੋਇਆ ਸਰੀਰ, ਹਰ ਤਰ੍ਹਾਂ ਦਾ ਤਸ਼ੱਦਦ ਜਿਹੜਾ ਸੀ, ਜ਼ੁਲਮੋ ਸਿਤਮ ਦੀ ਇੰਤਹਾ ਹੋਈ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਾਂਤ ਚਿੱਤ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਆ ਕਿ ਰੇਤਾ ਤਪਿਆ ਹੋਇਆ ਸੀ, ਲੋਹ ਤਪੀ ਹੋਈ ਸੀ, ਚੰਦੂ ਤਪਿਆ ਹੋਇਆ ਸੀ, ਮੁਰਤਜ਼ਾ ਖਾਨ ਤਪਿਆ ਹੋਇਆ ਸੀ, ਜਹਾਂਗੀਰ ਤਪਿਆ ਹੋਇਆ ਸੀ, ਲਾਹੌਰ ਦੀਆਂ ਕੰਧਾਂ ਤਪੀਆਂ ਹੋਈਆਂ ਸੀ, ਮੌਸਮ ਨਾਲ, ਵਾਤਾਵਰਨ ਨਾਲ ਸਭ ਕੁਝ ਤਪਿਆ ਸੀ। ਪਰ ਜੇ ਕੋਈ ਸੀਤਲ ਸ਼ਾਂਤ ਸੀ ਤੇ ਉਹ ਤਵੀ 'ਤੇ ਬੈਠੇ। ਧੰਨ ਗੁਰੂ ਅਰਜਨ ਸਾਹਿਬ ਜੀ ਸੀਤਲ ਜਿਹੜੇ ਕਹਿ ਰਹੇ ਸੀ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਸੀਤਲਤਾ ਦਾ ਉਪਦੇਸ਼ ਦੇ ਰਹੇ ਸਨ। ਤੋ ਕੇਸਰ ਸਿੰਘ ਛਿੱਬਰ ਜੀ ਤੇ ਹੋਰ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਜੀ ਨੂੰ ਛਲਣੀ ਹੋਏ ਜਿਸਮ ਤੋਂ ਬਾਅਦ ਫਿਰ ਰਾਵੀ ਦਰਿਆ ਦੇ ਵਿੱਚ, ਇਹ ਵੀ ਇੱਕ ਤਸ਼ੱਦਦ ਦਾ ਹਿੱਸਾ ਸੀ ਕਿ ਮਹਾਰਾਜ ਜੀ ਨੂੰ ਉੱਥੇ ਡੁਬੋ ਕੇ ਸ਼ਹੀਦ ਕੀਤਾ ਗਿਆ। ਤਾਂ ਕਿ ਦੂਸਰੀ ਵੱਡੀ ਗੱਲ ਇਹ ਸੀ ਕਿ ਲੋਕ ਮਨਾਂ 'ਚ ਇੱਕ ਦਹਿਸ਼ਤ ਪੈਦਾ ਹੋਵੇ
ਸਿੱਖਾਂ ਦੇ ਅੱਖਾਂ 'ਚ ਸਹਿਮ ਵੇਖਣਾ ਚਾਹੁੰਦਾ ਸੀ ਵਕਤ ਦਾ ਬਾਦਸ਼ਾਹ। ਅਸਲ 'ਚ ਜਦੋਂ ਹਕੂਮਤਾਂ ਦਹਿਸ਼ਤਗਰਦ ਹੁੰਦੀਆਂ ਤੇ ਉਹ ਹੱਦਾਂ ਪਾਰ ਕਰ ਜਾਂਦੀਆਂ, ਤਾਂ ਉਹ ਦਹਿਸ਼ਤ ਜਿਹੜੀ ਸੀ ਉਹ ਸਮਾਜ ਵਿੱਚੋਂ ਪਾਉਣੀ ਚਾਹੁੰਦਾ ਸੀ ਵਕਤ ਦਾ ਬਾਦਸ਼ਾਹ, ਜਹਾਂਗੀਰ ਦਿੱਲੀ ਦਾ ਬਾਦਸ਼ਾਹ, ਕਿ ਜਦੋਂ ਲੋਕ ਇੰਨੇ ਭੈਭੀਤ ਹੋ ਜਾਣ ਕਿ ਸਾਡੇ ਆਗੂ ਦਾ ਇਹ ਹਸ਼ਰ ਹੋਇਆ ਤੇ ਕੋਈ ਵੀ ਸਿੱਖ ਨਹੀਂ ਬਣੇਗਾ। ਪਰ ਕਮਾਲ ਦਾ ਰਿਜ਼ਲਟ ਨਿਕਲਦਾ ਹੈ ਕਿ ਸਿੱਖਾਂ ਦੇ ਜਜ਼ਬੇ ਦੇ ਅੰਦਰ ਇੱਕ ਤੂਫਾਨ ਆਉਂਦਾ ਹੈ, ਅਕਾਲ ਤਖਤ ਸਾਹਿਬ ਦਾ ਨਿਰਮਾਣ ਹੁੰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ 2 ਸ੍ਰੀ ਸਾਹਿਬਾਂ ਪਹਿਨਦੇ ਨੇ, ਤੇ ਨਤੀਜਾ ਇਹ ਨਿਕਲਦਾ ਕਿ ਇੰਨੀ ਜੁਰਤ ਪੈਦਾ ਹੁੰਦੀ ਹੈ, ਇੰਨਾ ਜਜ਼ਬਾ ਪੈਦਾ ਹੁੰਦਾ ਹੈ ਕਿ ਪਹਿਲੀ ਵਾਰ ਇਸ ਧਰਤੀ ਉੱਤੇ ਵਕਤ ਦੀ ਮੁਗਲ ਹਕੂਮਤ ਦੇ ਨਾਲ 4 ਜੰਗਾਂ ਹੁੰਦੀਆਂ ਤੇ ਚਾਰੇ ਜੰਗਾਂ ਵਿੱਚ ਸਿੱਖ ਫਤਿਹ ਪ੍ਰਾਪਤ ਕਰਦੇ ਆ। ਤੋ ਇਹ ਗੁਰੂ ਨਾਨਕ ਸਾਹਿਬ ਦਾ ਉਹ ਉਪਦੇਸ਼ ਹੀ ਅਮਲ 'ਚ ਆਉਂਦਾ ਕਿ ਜਿਹੜਾ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਹ ਸੱਚ ਦੀ ਤਾਕਤ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ। ਸ਼ਹੀਦੀ ਦਿਹਾੜਾ ਵੀ ਸੰਗਤਾਂ ਮਨਾਉਂਦੀਆਂ ਨੇ, ਯਾਦ ਕਰਦੀਆਂ ਨੇ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ, ਗੁਰਬਾਣੀ ਕੀਰਤਨ ਹੁੰਦਾ ਹੈ, ਸਮਾਗਮ ਹੁੰਦੇ ਨੇ, ਅਸੀਂ ਆਉਂਦੇ ਹਾਂ, ਨਤਮਸਤਕ ਹੋ ਕੇ ਚਲੇ ਜਾਂਦੇ ਹਾਂ। ਪਰ ਤੁਹਾਡੇ ਹਿਸਾਬ ਦੇ ਨਾਲ ਸਾਨੂੰ ਅੰਦਰ ਤੱਕ ਕਿਹੜੀ ਸਿੱਖਿਆ ਲਿਜਾਣੀ ਚਾਹੀਦੀ? ਏਡੀ ਵੱਡੀ ਸ਼ਹਾਦਤ ਸਤਿਗੁਰਾਂ ਜੀ ਦੀ ਹੋਈ। ਵੇਖੋ, ਇਹ ਸੱਚਾਈ ਹੈ। ਮੈਂ ਨਿੱਜੀ ਤੌਰ 'ਤੇ ਵੀ ਸਟੱਡੀ ਕਰਦਾ, ਸੰਸਥਾ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀਆਂ ਸੇਵਾਵਾਂ ਨੇ। ਅਤੇ ਜਦੋਂ ਕਦੀ ਆਪਣਾ ਫਰਜ਼ ਨਿਭਾਉਂਦੇ ਹਾਂ, ਸੜਕਾਂ ਉੱਤੇ ਲੱਕੜਾਂ ਸੁੱਟ ਕੇ, ਟ੍ਰੈਫਿਕ ਰੋਕ ਕੇ ਛਬੀਲ ਦਾ ਜਲ ਛਕਾਉਂਦੇ ਨੌਜਵਾਨਾਂ ਨੂੰ ਕਦੀ ਕਦੀ ਪੁੱਛੀਏ ਵੀ ਅੱਜ ਕਾਹਦਾ ਗੁਰਪੁਰਬ ਹੈ, ਅਤੇ ਇਹ ਵੀ ਕਈ ਵਾਰੀ ਵੇਖਣ ਨੂੰ ਮਿਲਦਾ ਕਿ ਛਬੀਲ 'ਤੇ ਲਾਈ ਗਈ ਹੈ ਪਰ ਛਬੀਲ ਵਾਲਾ ਗੁਰਪੁਰਬ ਕਹਿ ਕੇ ਸਾਰ ਲਿਆ ਜਾਂਦਾ। ਸੋ ਪਹਿਲੀ ਗੱਲ ਤਾਂ ਬਹੁਤ ਜ਼ਰੂਰੀ ਹੈ ਕਿ ਇਹ ਮੈਸੇਜ ਜਿਹੜਾ ਹੈ ਸੀਤਲਤਾ ਦਾ, ਸ਼ਾਂਤੀ ਦਾ, ਜ਼ੁਲਮ ਦੀ ਅੱਗ ਨੂੰ ਠੰਡਿਆਂ ਕਰਨ ਦਾ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤਾ, ਉਹ ਲੋਕਾਂ ਤੱਕ ਪਹੁੰਚਾਇਆ ਜਾਏ। ਦੂਜੀ ਗੱਲ, ਸਾਨੂੰ ਮਾਣ ਮਹਿਸੂਸ ਹੋਵੇ। ਮੈਂ ਸਤਿਕਾਰ ਕਰਦਾ ਹਰ ਇੱਕ ਧਰਮ ਦਾ, ਔਰ ਸਾਨੂੰ ਸਭ ਨੂੰ ਕਰਨਾ ਚਾਹੀਦਾ। ਦੂਜਿਆਂ ਨੂੰ ਇੱਜ਼ਤ ਦੇਵਾਂਗੇ, ਸਾਡੀ ਵੀ ਇੱਜ਼ਤ ਬਣੇਗੀ। ਆਪਾਂ ਵੇਖਦੇ ਹਾਂ ਸ਼੍ਰੀ ਰਾਮਚੰਦਰ ਜੀ ਦੇ ਨਾਲ ਰਾਵਣ ਦਾ ਕਈ ਯੁਗਾਂ ਦੀਆਂ ਬਾਤਾਂ ਕਰਦੇ ਆ ਕਿ ਜੰਗ ਹੋਇਆ। ਇੱਕ ਗੁੱਸੇ ਦੀ ਭਾਵਨਾ ਜਿਹੜੀ ਹਿੰਦੂ ਵੀਰ, ਉਸ ਗੁੱਸੇ ਨੂੰ ਵਿਅਕਤ ਕਰਨ ਵਾਸਤੇ ਰਾਵਣ ਦੇ ਪ੍ਰਤੀ ਸੀ ਜਿਹੜਾ ਅੱਜ ਵੀ ਪੁਤਲੇ ਬਣਾ ਕੇ ਉਹਨੂੰ ਅੱਗ ਲਾਈ ਜਾਂਦੀ ਹੈ, ਉਹਨੂੰ ਸਾੜਿਆ ਜਾਂਦਾ। ਪਰ ਜਦੋਂ ਅਸੀਂ ਆਪਣੇ ਪੁਰਖਿਆਂ ਦੀ ਬਣਾਈ ਇਸ ਰਵਾਇਤ ਨੂੰ ਵੇਖਦੇ ਹਾਂ ਤਾਂ ਸਿਰ ਝੁਕਦਾ ਕਿ ਅੱਗ ਲਾ ਕੇ ਪੁਤਲੇ ਨਹੀਂ ਸਾੜੇ। ਇਨਵਾਇਰਮੈਂਟ ਉਹਨਾਂ ਨੂੰ ਪਤਾ ਸੀ ਦੂਸ਼ਿਤ ਨਾ ਹੋਵੇ, ਅਤੇ ਇਹ ਨਫ਼ਰਤ ਦੀ ਅੱਗ ਨੂੰ ਅੱਗ ਨਾਲ ਨਹੀਂ ਬੁਝਾਇਆ, ਬਲਕਿ ਸਾਡੇ ਪੁਰਖਿਆਂ ਨੇ ਇਹ ਸਾਨੂੰ ਦੇਣ ਦਿੱਤੀ ਕਿ ਸਤਿਗੁਰ ਜੀ ਨੂੰ ਜਿਹੜਾ ਅੱਗ 'ਤੇ ਬਿਠਾ ਕੇ ਸਾੜਨ ਦਾ ਯਤਨ ਕਰ ਰਿਹਾ, ਅਸੀਂ ਉਹਦੇ ਕੰਪੈਰੇਟਿਵਲੀ ਸੀਤਲਤਾ ਵੰਡਾਂਗੇ। ਠੰਡਾ ਮਿੱਠਾ ਸੀਤਲ ਜਲ ਜਦੋਂ ਮਿਲਦਾ ਨਹੀਂ ਸੀ ਢੂੰਡਿਆਂ, ਅਤੇ ਉਦੋਂ ਸੇਵਾਏ ਆਰੰਭ ਕੀਤੀ। ਤੋ ਨਫ਼ਰਤ ਦੇ ਬਦਲੇ ਪਿਆਰ ਵੰਡਣਾ, ਅੱਗ ਦੇ ਬਦਲੇ ਸੀਤਲਤਾ ਵੰਡਣੀ, ਇਹ ਜਿਹੜੀ ਪਿਰਤ ਸਾਡੇ ਪੁਰਖਿਆਂ ਨੇ ਪਾਈ ਹੈ, ਇਹਨੂੰ ਅਸੀਂ ਨਮਸਕਾਰ ਕਰਦੇ ਹਾਂ। ਯਾਰ ਇਹੀ ਗੁਰੂ ਸਾਹਿਬ ਜੀ ਦੀ ਸਿੱਖਿਆ। ਇਹ ਸਿਰਫ ਇੱਕ ਸਿੰਬਲ ਹੈ ਛਬੀਲ ਦੇ ਰੂਪ ਵਿੱਚ। ਇਹਨੂੰ ਅਸੀਂ ਲੋਕਾਂ ਤੱਕ ਪਹੁੰਚਾਈਏ ਕਿ ਅਸੀਂ ਪਿਆਰ ਵੰਡਣ ਵਾਸਤੇ ਛਬੀਲ ਲਾਉਂਦੇ ਹਾਂ, ਅਸੀਂ ਹਮਦਰਦੀ ਵੰਡਣ ਵਾਸਤੇ ਛਬੀਲ ਲਾਉਂਦੇ ਹਾਂ, ਅਸੀਂ ਸੀਤਲਤਾ ਅਤੇ ਮਿਠਾਸ ਵੰਡਣ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਸਿਖਾਇਆ ਸੀ ਕਿ ਨਫ਼ਰਤ ਨੂੰ ਪਿਆਰ ਨਾਲ ਜਿੱਤਿਆ ਜਾਂਦਾ। ਸੋ ਇਹ ਇੱਕ ਤਰੀਕਾ ਹੈ। ਹੋਰ ਵੀ ਬਹੁਤ ਕੁਝ ਇਹਦੇ ਪ੍ਰਥਾਏ ਕੀਤਾ ਜਾ ਸਕਦਾ, ਜਿਵੇਂ ਕੌਮ ਦੀਆਂ ਸੰਸਥਾਵਾਂ ਕਰ ਰਹੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਲੋਕਾਈ ਦੀ ਮਦਦ ਕਰਕੇ ਰੋਗੀਆਂ ਦੇ, ਦੁਖਿਆਰਿਆਂ ਦੇ, ਜਿਵੇਂ ਜਿਵੇਂ ਵੀ ਲੋੜ ਪੈਂਦੀ ਆ। ਸੋ ਹਰ ਰੋਜ਼ ਸਿੱਖ ਇਹ ਪਰਉਪਕਾਰ ਦੀ ਛਬੀਲ ਲਾ ਸਕਦਾ, ਸਿਰਫ ਇੱਕ ਦਿਨ ਨਹੀਂ। ਬਹੁਤ ਧੰਨਵਾਦ ਜੀ ਆਪ ਜੀ ਦਾ। ਅਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਵੀ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਨੇ, ਉਹ ਸਤਿਗੁਰੂ ਜੀ ਦਾ ਸੰਦੇਸ਼, ਨਫ਼ਰਤ ਦੇ ਬਦਲੇ ਪ੍ਰੇਮ ਵਾਲਾ ਸੰਦੇਸ਼, ਅਤੇ ਆਪਣੇ ਆਪ ਨੂੰ ਪੂਰੇ ਜਜ਼ਬੇ ਦੇ ਨਾਲ ਗੁਰੂ ਸੇਵਾ ਪ੍ਰਤੀ ਸਮਰਪਿਤ ਕਰਨ ਦਾ ਸੰਦੇਸ਼ ਜਿਹੜਾ ਉਹ ਵੀ ਧਾਰਨ ਕਰਨਗੇ ਆਪਣੀ ਜ਼ਿੰਦਗੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।